सो इस वेले बेहद दुख का वेला है। बाबा जी की देह नूं अंतिम दर्शनां दे लई लिआंदा जा रहा है। तो वड्डी गिणती दे विच इत्थे संगत जिहड़ी आ पहुंची है। संत बाबा राम सिंह जी सिंगड़े वाले जिहड़े किसानी अंदोलन दे विच अपने निशावर अपनी जान निशावर कर गए ने। संगतां दोवें पासे संगतां जिहड़ियां ने वो दिखा किन्नी वड्डी गिणती दे विच जिहड़ियां इत्थे संगतां ने वो विरलाप कर रही ने। बाबा जी के अंतिम दर्शनां दे लई ये संगतां इत्थे पहुंचियां ने। तो तस्वीरां तुहानूं दिखा रहे हैं कि अथरू जिहड़े आ वो रोकिया नहीं रुकदे हैगे। तो दोवें पासे दीयां तस्वीरां जिहड़ियां वो दिखा रहे हैं बाबा राम सिंह जी सिंगड़े वालियां दे वाहिगुरू का जाप हो रहा है इस वेले। ते बाबा जी की अंतिम दर्शन जिहड़े ने वो संगतां कर रही ने। वाहिगुरू का जाप हो रहा है। बाबा जी की देह नूं अंतिम दर्शनां दे लई इत्थे रखिया जाऊगा। सतनाम वाहिगुरू सतनाम वाहिगुरू। सतनाम वाहिगुरू नाम वाहिगुरू। बाहर निकलो बाहर।
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਇਸ ਤਰ੍ਹਾਂ ਦੇ ਚੱਲ ਰਿਹਾ ਕਿ ਬਹਿ ਜੋ ਪਿੱਛੇ ਜਾ ਸੋ ਬੇਹੱਦ ਗਮਗੀਨ ਮਾਹੌਲ ਹੈ, ਦੁੱਖ ਦੀ ਘੜੀ ਹੈ। ਸੰਤ ਬਾਬਾ ਰਾਮ ਸਿੰਘ ਜੀ ਕਿਸਾਨੀ ਸੰਘਰਸ਼ ਦੇ ਲਈ ਆਪਣਾ ਆਪਾ ਨਿਸ਼ਾਵਰ ਕਰ ਗਏ ਨੇ, ਕੁਰਬਾਨ ਹੋ ਗਏ ਨੇ। ਦੁਨੀਆ ਭਰ ਦੇ ਵਿੱਚੋਂ ਇਹ ਆਵਾਜ਼ ਆ ਰਹੀ ਹੈ। ਜਿਹੜਾ ਲਾਸਟ ਨੋਟ ਬਾਬਾ ਜੀ ਨੇ ਲਿਖਿਆ, ਸਰਕਾਰੀ ਜ਼ੁਲਮ ਦੇ ਕਾਰਨ ਉਹਨਾਂ ਨੇ ਇਹ ਸਟੈਪ ਚੁੱਕਿਆ ਹੈ, ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਬਾਬਾ ਜੀ ਇੱਥੇ ਪਹੁੰਚੀ ਹੈ। ਵੈਸੇ ਤਾਂ ਬਹੁਤ ਦੁੱਖ ਦੀ ਘੜੀ ਆ, ਪਰ ਫਿਰ ਵੀ ਕੀ ਕਹਿਣਾ ਚਾਹੁੰਦੇ ਹੋ, ਕਿਉਂਕਿ ਕੁਰਬਾਨ ਹੋ ਗਏ ਨੇ ਸੰਤ ਬਾਬਾ ਰਾਮ ਸਿੰਘ ਜੀ। ਪਹਿਲੀ ਵੀਡੀਓ ਅਸੀਂ ਦੇਖੀ ਤੇ ਉਹਦੇ ਵਿੱਚ ਵੀ ਉਹ ਕਹਿ ਰਹੇ ਸੀਗੇ ਕਿ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ। ਉਹਨਾਂ ਨੇ ਇਹ ਵੀ ਲਿਖਿਆ ਕਿ ਮੈਂ ਆਪਣਾ ਆਪ ਨਿਸ਼ਾਵਰ ਕਰ ਰਿਹਾ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਦੁੱਖ ਦੀ ਘੜੀ ਹੈ। ਮਹਾਂਪੁਰਸ਼ ਜਿਹੜੇ ਆਂਦੇ ਹਨ, ਤੇਰੇ ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਜਿਸ ਦਿਨ ਦਾ ਕਿਸਾਨਾਂ ਦਾ ਸੰਘਰਸ਼ ਪ੍ਰਾਰੰਭ ਹੋਇਆ ਹੈ, ਬਾਬਾ ਜੀ ਪੂਰਾ ਧਿਆਨ ਰੱਖਦੇ ਸਨ ਕਿ ਇਸ ਵਕਤ ਕੀ ਹੋ ਰਿਹਾ ਹੈ, ਕਿ ਇਸ ਵਕਤ ਕੀ ਹੋ ਰਿਹਾ ਹੈ। ਪਰ 9 ਤਰੀਕ ਨੂੰ ਪਹਿਲੀ ਵਾਰੀ ਡੇਰੇ ਦੇ ਜਿਹੜੇ ਸਾਥੀ ਮਹਾਂਪੁਰਸ਼ ਹਨ, ਉਹਨਾਂ ਸਾਰਿਆਂ ਦੇ ਨਾਲ ਬਾਬਾ ਜੀ ਸਿੰਘੂ ਬਾਰਡਰ ਤੇ ਗਏ, ਪਰ ਆਪ ਗੱਡੀ 'ਚ ਬੈਠੇ ਰਹੇ। ਦਾਸਰਿਆਂ ਨੂੰ ਭੇਜਿਆ ਕਿ ਜਿਹੜੇ ਕਿਸਾਨ ਸੰਘਰਸ਼ ਦੇ ਵਿੱਚ ਬੈਠੇ ਹਨ, ਉਹਨਾਂ ਸਾਰਿਆਂ ਦਾ ਉਤਸ਼ਾਹ ਵਧਾ ਕੇ ਆਵੋ, ਉਹਨਾਂ ਨੂੰ ਪ੍ਰੇਰਿਤ ਕਰਕੇ ਆਵੋ। ਕਹਿੰਦੇ ਅਸੀਂ ਗੱਡੀ ਦੇ ਵਿੱਚ ਹੀ ਬੈਠੇ ਹਾਂ। ਦਾਸਰੇ ਗਏ, ਸਟੇਜ ਦੇ ਉੱਪਰ ਹਾਜ਼ਰੀ ਲਗਵਾਈ। ਉੱਥੋਂ ਜਦੋਂ ਵਾਪਸ ਆ ਗਏ, ਫਿਰ ਇੱਥੇ ਬੈਠ ਕੇ ਤਕਰੀਬਨ ਇਹੀ ਕਹਿੰਦੇ ਸਨ ਕਿ ਮੇਰਾ ਮਨ ਉੱਥੇ ਹੀ ਰਹਿੰਦਾ ਹੈ, ਕਿ ਉੱਥੇ ਜਿਹੜੇ ਛੋਟੇ ਛੋਟੇ ਬੱਚੇ, ਬੀਬੀਆਂ, ਬਜ਼ੁਰਗ ਕਿਵੇਂ ਆਪਣੇ ਘਰ-ਬਾਰ ਛੱਡ ਕੇ ਤੇ ਆਪਣੇ ਹੱਕਾਂ ਦੇ ਵਾਸਤੇ ਸਮੇਂ ਦੀ ਜਿਹੜੀ ਹਕੂਮਤ ਹੈ, ਉਸ ਨੂੰ ਥੋੜ੍ਹਾ ਜਿਹਾ ਅਵੇਅਰ ਕਰਨ ਵਾਸਤੇ ਕਿ ਥੋੜ੍ਹੀ ਉਹਨਾਂ ਦੇ ਕੰਨ ਦੇ ਉੱਪਰ ਜੂੰ ਸਰਕੇ, ਇਸ ਵਾਸਤੇ ਵਿਚਾਰੇ ਬੈਠੇ ਹਨ ਕਿ ਕੋਈ ਉਹ ਨੰਗੇ ਭੁੱਖੇ ਨਹੀਂ ਹਨ। ਸਭ ਅੱਛੀਆਂ ਅੱਛੀਆਂ ਜ਼ਮੀਨਾਂ ਜਾਇਦਾਦਾਂ ਦੇ ਵਾਰਿਸ ਹਨ, ਖਾਂਦੇ ਪੀਂਦੇ ਹਨ, ਪਰ ਆਪਣੇ ਹੱਕਾਂ ਦੇ ਵਾਸਤੇ ਅੱਜ ਉਹ ਧਰਤੀ ਤੇ ਲੇਟੇ ਹੋਏ ਹਨ, ਠੰਡ ਬਰਦਾਸ਼ਤ ਕਰ ਰਹੇ ਹਨ। ਪਰਸੋਂ ਕੱਲ ਫਿਰ ਦੁਬਾਰਾ ਗਏ, ਦਾਸਰਿਆਂ ਨੂੰ ਵੀ ਕਿਹਾ ਕਿ ਅਸੀਂ ਚੱਲੇ ਹਾਂ। ਪਹਿਲਾਂ ਸਿੰਘੂ ਬਾਰਡਰ ਤੇ ਗਏ, ਉੱਥੋਂ ਫਿਰ ਕਾਫੀ ਦੇਰ ਉੱਥੇ ਰੁਕ ਕੇ ਜਿਹੜੇ ਹਰਿਆਣੇ ਦੇ ਹਨ, ਜਗੱਤੀ ਸਾਹਿਬ ਸ਼ਾਇਦ ਕਿ ਨਾਮ ਮੈਨੂੰ ਪੂਰਾ ਪਤਾ ਨਹੀਂ ਹੈ, ਉਹਨਾਂ ਨੂੰ ਮਿਲੇ। ਅੱਧਾ ਪੌਣਾ ਘੰਟਾ ਉਹਨਾਂ ਕੋਲ ਵੀ ਬੈਠੇ। ਜਿੱਥੇ ਸੰਤ ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲੇ ਨੇ ਲੰਗਰ ਲਗਾਇਆ ਹੈ, ਉੱਥੇ ਬੈਠ ਕੇ ਵੀ ਉਹਨਾਂ ਨੇ ਥੋੜ੍ਹਾ ਮੀਡੀਆ ਨੂੰ ਸੰਬੋਧਨ ਕੀਤਾ ਕਿ ਸਰਕਾਰਾਂ ਨੂੰ ਇੰਨੀ ਜਿੱਦ ਨਹੀਂ ਕਰਨੀ ਚਾਹੀਦੀ। ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਕਿ ਸਾਡੀ ਪਰਜਾ ਹੈ, ਅਸੀਂ ਇਹਨਾਂ ਦੇ ਰਖਵਾਲੇ ਹਾਂ। ਜਿਹੜੇ ਰਖਵਾਲੇ ਹੁੰਦੇ ਹਨ, ਸਰਕਾਰਾਂ ਇੱਕ ਮਾਂ ਦੀ ਤਰ੍ਹਾਂ, ਇੱਕ ਪਿਓ ਦੀ ਤਰ੍ਹਾਂ ਹੁੰਦੀਆਂ ਹਨ, ਅਤੇ ਮਾਵਾਂ ਆਪਣੇ ਬੱਚਿਆਂ ਨੂੰ ਆਪਣੀ ਗੋਦ 'ਚ ਬਿਠਾਉਂਦੀਆਂ ਹਨ, ਪਲੋਸਦੀਆਂ ਹਨ, ਉਹਨਾਂ ਦੀ ਹਰ ਪੁਕਾਰ ਸੁਣਦੀਆਂ ਹਨ। ਵਾਪਿਸ ਆ ਗਏ ਉੱਥੋਂ। ਬਾਬਾ ਜੀ ਜਿਹੜਾ ਦੂਸਰਾ ਬਾਰਡਰ ਹੈ, ਰਾਤ ਨੂੰ 12 ਵਜੇ ਉਸ ਬਾਰਡਰ ਤੇ ਵੀ ਗਏ, ਠੀਕਰੀ ਬਾਰਡਰ ਤੇ।
ਤੇ ਵਾਪਸ 2:30 ਵਜੇ ਬਾਬਾ ਜੀ ਅਸਥਾਨ ਤੇ ਪਹੁੰਚੇ। ਜਦੋਂ ਅਗਲਾ ਦਿਨ, ਅੱਜ ਦਾ ਜਿਹੜਾ ਦਿਨ ਸੀ 16 ਦਸੰਬਰ, ਜੀ ਸੁਬਾਹ ਬਾਬਾ ਜੀ ਤਕਰੀਬਨ 11 ਵਜੇ ਮਿਲਦੇ ਹੁੰਦੇ ਸਨ। ਦਾਸ ਰੇਤਾ ਜੇ ਨਿਤਨੇਮ ਕਰਕੇ ਆਪਣੇ ਕਮਰਿਆਂ 'ਚ ਹੀ ਸਾਰੇ ਸੰਤ ਮੰਡਲੀ, ਜੀ ਤੇ ਜਿਵੇਂ ਅਸੀਂ 11 ਵਜੇ ਆਏ ਤਾਂ ਸਾਨੂੰ ਪਤਾ ਚੱਲਿਆ ਕਿ ਬਾਬਾ ਜੀ ਚਲੇ ਗਏ ਹਨ ਕਿਤੇ। ਜਦੋਂ ਅਸੀਂ ਪੁੱਛਿਆ ਕਿੱਥੇ ਗਏ ਹਨ ਤਾਂ ਕਿਸੇ ਨੂੰ ਵੀ ਕੋਈ ਪਤਾ ਨਹੀਂ ਸੀ, ਕਿਉਂਕਿ ਜਿਹੜੇ ਨਾਲ ਦੇ ਸਿੰਘ ਸਨ ਉਹਨਾਂ ਨੂੰ ਵੀ ਸਭ ਨੂੰ ਕਹਿ ਦਿੱਤਾ ਸੀ ਵੀ ਕਿਸੇ ਦਾ ਵੀ ਫੋਨ ਅਟੈਂਡ ਨਹੀਂ ਕਰਨਾ। ਅਸੀਂ ਫੋਨ ਵੀ ਕਰਦੇ ਸੀ, ਕਿਸੇ ਦਾ ਵੀ ਫੋਨ ਅਟੈਂਡ ਨਹੀਂ ਹੋਇਆ। ਫਿਰ ਉੱਥੇ ਸਿੰਘੂ ਬਾਰਡਰ ਪਹੁੰਚ ਗਏ। ਜਦੋਂ ਪਹੁੰਚੇ, ਜਿਹੜੇ ਨਾਲ ਸਿੰਘ ਸਨ, ਸੰਤ ਮਨਜੀਤ ਸਿੰਘ ਜੀ, ਗੋਪਾ ਬੱਚਾ ਹੈ, ਸੰਤ ਗੁਰਮੀਤ ਸਿੰਘ ਜੀ ਕਰਨਾਲ ਵਾਲੇ ਸਨ, ਇਹਨਾਂ ਸਾਰਿਆਂ ਨੂੰ ਕਹਿੰਦੇ ਤੁਸੀਂ ਸਟੇਜ ਦੇ ਉੱਪਰ ਜਾਓ, ਉੱਥੇ ਤੁਸੀਂ ਜਪਜੀ ਸਾਹਿਬ ਜੀ ਤੇ ਚੌਪਾਈ ਸਾਹਿਬ ਜੀ ਦੇ ਪਾਠ ਕਰਕੇ ਆਵੋ। ਇਹਨਾਂ ਨੇ ਉਹਨਾਂ ਨੂੰ ਬੇਨਤੀਆਂ ਕੀਤੀਆਂ ਕਿ ਅਸੀਂ ਉੱਪਰ ਜਾਣਾ ਹੈ, ਸੰਤ ਬਾਬਾ ਰਾਮ ਸਿੰਘ ਜੀ ਦੇ ਵੱਲੋਂ ਆਏ ਹਾਂ, ਪਰ ਸਮਾਂ ਨਹੀਂ ਹੋਵੇਗਾ, ਇਸ ਕਰਕੇ ਫਿਰ ਇਹ ਪਿੱਛੇ ਹੀ ਬੈਠ ਕੇ ਪਾਠ ਕਰਕੇ ਆਏ। ਕੱਲ ਵੀ ਜਦੋਂ ਬਾਬਾ ਜੀ ਗਏ ਸਨ ਉੱਥੇ, ਕਿਉਂਕਿ ਉਹਨਾਂ ਨੂੰ ਮਹਿਸੂਸ ਹੁੰਦਾ ਸੀ ਕਿਵੇਂ ਉਹ ਉੱਥੇ ਬੈਠੇ ਹਨ, ਕੰਬਲਾਂ ਦੀ ਸੇਵਾ, 500 ਕੰਬਲਾਂ ਦੀ ਸੇਵਾ ਦੇ ਕੇ ਆਏ ਕਿ ਜਿੱਥੇ ਜਿੱਥੇ ਜ਼ਰੂਰਤ ਹੈ, ਤੁਹਾਨੂੰ ਪਤਾ ਜਿਹੜੇ ਤੁਸੀਂ ਇੰਤਜ਼ਾਮ ਕਰ ਰਹੇ ਹੋ, ਤੁਸੀਂ ਆਪਣੇ ਢੰਗ ਨਾਲ ਵੰਡ ਦਿਓ। ਫਿਰ ਅੱਜ ਜਦੋਂ ਨਾਲ ਸਿੰਘ ਜਿਹੜੇ ਗਏ ਹੋਏ ਸਨ ਉਹਨਾਂ ਨੂੰ ਸਟੇਜ ਤੇ ਭੇਜ ਦਿੱਤਾ। ਇੱਕ ਬੱਚਾ ਕੋਲ ਸੀ, ਉਸ ਨੂੰ ਵੀ ਕਹਿ ਦਿੱਤਾ ਕਿ ਜਾ ਤੂੰ ਚਾਹ ਪਾਣੀ ਪੀ ਲਾ। ਜਦੋਂ ਉਹ ਗਿਆ ਚਾਹ ਪਾਣੀ ਪੀਣ, ਉਸ ਤੋਂ ਬਾਅਦ ਇਹ ਸਾਰੀ ਘਟਨਾ ਘਟੀ ਹੈ। ਤੇ ਇਸ ਵਾਸਤੇ ਉਹਨਾਂ ਦੇ ਮਨ ਨੂੰ ਇਹ ਖੇਦ ਪਹੁੰਚਿਆ ਕਿ ਸਮੇਂ ਦੀ ਹਕੂਮਤ ਇੰਨੀ ਦੇਰ ਹੋ ਗਈ ਹੈ, ਇਹ ਕੁਝ ਵੀ ਸੁਣ ਨਹੀਂ ਰਹੀ ਹੈ, ਅਤੇ ਜਿਹੜੀ ਉਹਨਾਂ ਨੇ ਚਿੱਠੀ ਲਿਖ ਕੇ ਆਪਣੇ ਕਰ ਕਮਲਾਂ ਦੇ ਨਾਲ ਛੱਡ ਕੇ ਗਏ ਹਨ, ਉਹ ਦਾਸ ਸਾਹਿਬ ਜੀ ਦੇ ਸਮਕਸ਼ ਪੜ੍ਹ ਕੇ ਸੁਣਾਉਂਦਾ ਹੈ। ਏਕ ਓਂਕਾਰ ਕੁੰਡਲੀ ਬਾਰਡਰ, ਕਿਸਾਨ ਦਾ ਦੁੱਖ ਦੇਖਿਆ, ਆਪਣੇ ਹੱਕ ਲੈਣ ਲਈ ਸੜਕਾਂ ਤੇ ਰੁਲ ਰਹੇ ਹਨ, ਬਹੁਤ ਦਿਲ ਦੁਖਿਆ ਹੈ, ਸਰਕਾਰ ਨਿਆਂ ਨਹੀਂ ਦੇ ਰਹੀ, ਜ਼ੁਲਮ ਹੈ, ਜ਼ੁਲਮ ਕਰਨਾ ਪਾਪ ਹੈ, ਜ਼ੁਲਮ ਸਹਿਣਾ ਵੀ ਪਾਪ ਹੈ। ਕਿਸੇ ਨੇ ਕਿਸ ਤਰ੍ਹਾਂ ਦੇ ਕਿਸ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਤੇ ਜ਼ੁਲਮ ਦੇ ਖਿਲਾਫ ਕੁਝ ਕੀਤਾ, ਕਿਸੇ ਨੇ ਕੁਝ ਕੀਤਾ, ਕਈਆਂ ਨੇ ਸਨਮਾਨ ਵਾਪਸ ਕੀਤੇ, ਪੁਰਸਕਾਰ ਵਾਪਸ ਕਰਕੇ ਰੋਸ ਜਤਾਇਆ। ਦਾਸ ਕਿਸਾਨਾਂ ਦੇ ਹੱਕ ਦੇ ਵਿੱਚ ਸਰਕਾਰੀ ਜ਼ੁਲਮ ਦੇ ਰੋਸ ਵਿੱਚ ਆਤਮ ਦਾ ਕਰਦਾ ਹਾਂ। ਇਹ ਜ਼ੁਲਮ ਦੇ ਖਿਲਾਫ ਆਵਾਜ਼ ਹੈ ਤੇ ਕੀਰਤੀ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਚਿੱਠੀ ਆਪਣੇ ਘਰ ਕਮਲਾਂ ਦੇ ਨਾਲ, ਤਾਂ ਕਿ ਗੌਰਮੈਂਟ ਤੱਕ ਸੰਦੇਸ਼ ਪਹੁੰਚ ਜਾਵੇ ਕਿ ਹੁਣ ਤਾਂ ਨਾਮ ਜਪਣ ਵਾਲੇ, ਸੰਗਤਾਂ ਨੂੰ ਪਰਮਾਤਮਾ ਦੇ ਮਾਰਗ ਤੇ ਚਲਾਉਣ ਵਾਲੇ, ਸੰਗਤਾਂ ਨੂੰ ਸਮਾਜਿਕ ਸੇਧ ਦੇਣ ਵਾਲੇ ਮਹਾਂਪੁਰਸ਼ ਮਕੇ ਆਪਣੇ ਆਪ ਨੂੰ ਉਹਨਾਂ ਨੇ ਕੁਰਬਾਨ ਕਰ ਦਿੱਤਾ। ਤੇ ਅਜੇ ਵੀ ਜੇ ਸਰਕਾਰ ਨਹੀਂ ਸੁਣਦੀ ਤਾਂ ਫਿਰ ਇਹ ਲੱਗਿਆ ਕਿ ਇਹ ਅੰਨੀ ਤੇ ਬੋਲੀ ਸਰਕਾਰ ਹੈ, ਜਿਨ੍ਹਾਂ ਦੇ ਕੰਨਾਂ ਦੇ ਉੱਪਰ ਕੋਈ ਵੀ ਜੂੰ ਤੱਕ ਨਹੀਂ ਸਰਕ ਰਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਦੀ ਜਿਹੜੀ ਕੁਰਬਾਨੀ ਹੈ ਉਹ ਅਜਾਈ ਨਹੀਂ ਜਾਵੇਗੀ। ਸਾਰੀ ਦੁਨੀਆ ਭਰ ਦੇ ਵਿੱਚ ਸੋਸ਼ਲ ਮੀਡੀਆ ਦੇ ਰਾਹੀਂ ਵੱਖ-ਵੱਖ ਜਿਹੜੇ ਲੋਕ ਨੇ, ਆਗੂ ਨੇ, ਉਹ ਸ਼ਰਧਾਂਜਲੀ ਵੀ ਦੇ ਰਹੇ ਨੇ, ਅਪੀਲ ਵੀ ਕਰ ਰਹੇ ਨੇ। ਬਹੁਤ ਵੱਡੀ ਕੁਰਬਾਨੀ ਅੱਜ ਬਾਬਾ ਜੀ ਰਾਮ ਸਿੰਘ ਜੀ ਦੇ ਵੱਲੋਂ ਦਿੱਤੀ ਗਈ ਹੈ। ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਬਾਬਾ ਜੀ? ਦੁਨੀਆ ਭਰ ਦੇ ਵਿੱਚ ਉਹਨਾਂ ਨੂੰ ਜਿਹੜੇ ਪੈਰੋਕਾਰ ਨੇ ਉਹਨਾਂ ਦੇ ਅੱਜ ਵੀ ਅਸੀਂ ਦੇਖ ਰਹੇ ਹਾਂ ਇੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਨੇ। ਉਹਨਾਂ ਨੂੰ ਪਿਆਰ ਕਰਨ ਵਾਲੇ ਨੇ, ਪੈਰੋਕਾਰ ਤਾਂ ਗੁਰੂ ਸਾਹਿਬਾਂ ਦੇ, ਉਹਨਾਂ ਨੂੰ ਪਿਆਰ ਕਰਨ ਵਾਲੇ ਸਾਰੇ, ਆਪਣੀਆਂ ਜਾਨਾਂ ਉਹਨਾਂ ਤੋਂ ਨਿਸ਼ਾਵਰ ਕਰਨ ਵਾਲੇ, ਜਿਨ੍ਹਾਂ ਨੂੰ ਉਹਨਾਂ ਨੇ ਗੁਰੂ ਨਾਨਕ ਦੇ ਚਰਨਾਂ ਨਾਲ ਜੋੜਿਆ। ਇੱਕ ਨਹੀਂ, ਦੋ ਨਹੀਂ, ਉਹਨਾਂ ਨੇ ਲੱਖਾਂ ਹੀ ਸੰਗਤਾਂ ਨੂੰ ਜੋੜਿਆ। ਇਹ ਉਹਨਾਂ ਦੇ ਪਿਆਰ ਦਾ ਸਬੂਤ ਹੈ। ਔਰ ਦੂਸਰਾ, ਜੋ ਆਪ ਜੀ ਨੇ ਪਹਿਲਾਂ ਸਵਾਲ ਕੀਤਾ ਸੀ ਕਿ ਜੋ ਉਹਨਾਂ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ, ਅਸੀਂ ਸਾਰੇ ਸਮਝਦੇ ਹਾਂ ਵੀ ਉਹਨਾਂ ਦੀ ਬਹੁਤ ਵੱਡੀ
ਮਹਾਨ ਲਾਸਾਨੀ ਜਿਹੜੀ ਸ਼ਹਾਦਤ ਹੈ ਇਹ ਅਜਾਈ ਨਹੀਂ ਜਾਣੀ। ਜੀ ਇਹ ਬਹੁਤ ਵੱਡਾ ਰੰਗ ਲਿਆਏਗੀ, ਕੋਈ ਕ੍ਰਾਂਤੀ ਲਿਆਵੇਗੀ। ਆਪਾਂ ਕਹਿੰਦੇ ਆ ਵੀ ਇੱਕ ਆਮ ਨਾਗਰਿਕ, ਆਮ ਇੱਕ ਮਿਹਨਤ ਕਰਨ ਵਾਲਾ, ਆਪ ਇੱਕ ਆਮ ਇਨਸਾਨ ਕੋਈ ਸ਼ਹੀਦ ਹੁੰਦਾ ਹੈ ਤੇ ਉਹ ਕਿੰਨਾ ਵੱਡਾ ਰੰਗ ਲੈ ਆਉਂਦਾ ਹੈ। ਤੇ ਜਿਸ ਜਗ੍ਹਾ ਤੇ ਇੱਕ ਸੰਤ ਦਾ, ਇੱਕ ਮਹਾਂਪੁਰਸ਼ ਦਾ, ਭਗਤੀ ਵਾਲੇ ਦਾ, ਔਰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇਹ ਮਹਾਂਪੁਰਸ਼ ਬਾਬਾ ਰਾਮ ਸਿੰਘ ਜੀ ਐਸੀ ਮਹਾਨ ਸ਼ਖਸੀਅਤ ਸੀ ਜਿਨ੍ਹਾਂ ਦੀ ਰਸਨਾ ਉੱਤੇ ਵੀ ਪ੍ਰਭੂ ਵਸਦਾ ਸੀ, ਜੋ ਬਚਨ ਕਰਦੇ ਸੀ ਪੂਰੇ ਹੁੰਦੇ ਸਨ। ਔਰ ਕਮਾਈ ਵਾਲੇ ਮਹਾਂਪੁਰਸ਼, ਬਹੁਤ ਭਗਤੀ ਵਾਲੇ ਸਾਧੂ ਸੀ। ਇਹੋ ਜਿਹੇ ਸਾਧੂ ਦਾ ਇਹ ਸਾਰੇ ਸਮਾਜ ਲਈ, ਉਹਨਾਂ ਨੇ ਇੱਕ ਪੰਥ ਲਈ ਨਹੀਂ, ਇੱਕ ਸਮਾਜ ਲਈ, ਸਾਰੀ ਦੁਨੀਆ ਲਈ, ਕਿਰਤੀਆਂ ਲਈ, ਮਿਹਨਤਾਂ ਵਾਸਤੇ, ਮਿਹਨਤੀ ਲੋਕਾਂ ਵਾਸਤੇ ਉਹਨਾਂ ਨੇ ਆਪਣਾ ਕੁਰਬਾਨ ਕੀਤਾ ਹੈ। ਬਹੁਤ ਵੱਡੀ ਕੁਰਬਾਨੀ ਉਹਨਾਂ ਦੀ ਸੰਸਾਰ ਨੂੰ ਹੈ ਤੇ ਹਮੇਸ਼ਾ ਹੀ ਉਹਨਾਂ ਨੂੰ ਦੁਨੀਆ ਯਾਦ ਰੱਖੇਗੀ। ਔਰ ਉਹਨਾਂ ਦੀ ਜਿਹੜੀ ਲਾਸਾਨੀ ਜਿਹੜੀ ਉਹਨਾਂ ਨੇ ਆਪਣੇ ਆਪ ਨੂੰ ਕੁਰਬਾਨ ਕਰਕੇ ਇੱਕ ਮਿਸਾਲ ਪੈਦਾ ਕੀਤੀ ਹੈ, ਇਹ ਮੈਨੂੰ ਲੱਗਦਾ ਵੀ ਉਹ ਅੰਨੀ ਤੇ ਬੋਲੀ ਜਿਹੜੀ ਸਰਕਾਰ ਦੀ ਗੱਲ ਬਾਬਾ ਭੋਲਾ ਸਿੰਘ ਜੀ ਨੇ ਕਹੀ ਹੈ, ਤੇ ਇਹ ਆਵਾਜ਼ ਉਹਨਾਂ ਨੂੰ ਟਿਕਣ ਨਹੀਂ ਦੇਵੇਗੀ। ਉਹ ਸ਼ਹਾਦਤ ਜਿਹੜੀ ਉਹਨਾਂ ਦੀ, ਇਹ ਉਹਨਾਂ ਨੂੰ ਹਲੂਣਾ ਦੰਦੀ ਰਹੇਗੀ, ਸਰਕਾਰਾਂ ਨੂੰ, ਅੰਨੀਆਂ ਨੂੰ ਤੇ ਬੋਲੀਆਂ ਨੂੰ ਜ਼ਰੂਰ ਜਗਾਵੇਗੀ। ਕੱਲ ਨੂੰ ਅੰਤਿਮ ਦਰਸ਼ਨਾਂ ਰੱਖੀ ਜਾਏਗੀ ਪਾਬੰਦ ਦੇ? ਉਹ ਸਾਰੇ ਬਹਿੰਗਮ ਬਾਬਾ ਜੀ ਦੇ ਸੇਵਾਦਾਰ ਵਿਚਾਰ ਕਰਦੇ ਆ ਬੈਠ ਕੇ, ਤੇ 2-4 ਮਿੰਟਾਂ 'ਚ ਹੀ ਵੀ ਕੱਲ ਨੂੰ ਕਰਨਾ ਕਿ ਪਰਸੋਂ, ਸਾਰੇ ਵਿਚਾਰ ਕਰਕੇ ਫਿਰ ਦੱਸਿਆ ਜਾਊਗਾ। ਪਰਸੋਂ ਤਾਂ ਪੱਕਾ ਹੀ ਹੈ, ਤੇ ਜੇ ਵਿਚਾਰ ਹੋਈ ਤਾਂ ਬਾਬਾ ਜੀ ਉਹਨਾਂ ਦੀ ਸੇਵਾਦਾਰ ਨਾਲ ਸਾਰਿਆਂ ਨਾਲ ਹੀ ਗੱਲਬਾਤ ਕਰਾਂਗੇ, ਕਿਉਂਕਿ ਬਾਬਾ ਜੌਨੀ ਜੀ ਵੀ ਨੇ ਤਾਂ ਬਾਬਾ ਜੀ ਭੋਲਾ ਜੀ ਵੀ ਨੇ। ਬਾਬਾ ਜੀ ਜ਼ਰੂਰ 2 ਸ਼ਬਦ, ਕਿਉਂਕਿ ਬਹੁਤ ਪਵਿੱਤਰ ਰੂਹ ਜਿਹੜੀ ਅੱਜ ਕੁਰਬਾਨ ਹੋ ਗਈ ਹੈ ਕਿਸਾਨੀ ਲਈ, ਸੰਘਰਸ਼ ਦੇ ਲਈ। ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਨ ਮਿਲਾਏ। ਸੰਤ ਰਾਮ ਸਿੰਘ ਜੀ ਦਾ ਜੀਵਨ ਸਭ ਨੇ ਤੱਕਿਆ। ਉਹਨਾਂ ਦਾ ਜੀਵਨ ਇੱਕ ਖੁੱਲੀ ਕਿਤਾਬ ਸੀਗਾ। ਤੇ ਇਸ ਸਥਾਨ ਤੇ ਪਹਿਲਾਂ ਬਾਬਾ ਜੰਗ ਸਿੰਘ ਜੀ ਮਹਾਂਪੁਰਸ਼, ਜਿਹੜੇ 80 ਦੇ ਦਹਾਕੇ ਦੇ ਵਿੱਚ ਸ਼ਹੀਦ ਹੁੰਦੇ ਆ ਦਿੱਲੀ ਪਾਰਲੀਮੈਂਟ ਮੂਹਰੇ 82 ਦੇ ਵਿੱਚ, ਜੋ ਸੰਗਤ ਪਾਰਲੀਮੈਂਟ ਜਾ ਰਹੀ ਸੀ ਨਾ ਫੁੱਲ ਲੈ ਕੇ ਸ਼ਹੀਦ ਸਿੰਘਾਂ ਦੇ, ਤੇ ਉਹ ਇਹਨਾਂ ਨੇ ਲੰਗਰ ਲਾਇਆ ਸੀ ਬਾਬਾ ਜੰਗ ਸਿੰਘ ਜੀ ਨੇ ਕਰਨਾਲ ਬਾਈਪਾਸ। ਸੰਗਤ ਕਹਿੰਦੀ ਨਾਲ ਚੱਲੋ, ਤੇ ਨਾਲ ਹੀ ਤੁਰ ਪਏ ਮਹਾਂਪੁਰਸ਼ ਵੀ। ਤੇ ਦਿੱਲੀ ਜਾ ਕੇ ਜਦੋਂ ਲਾਠੀ ਚਾਰਜ ਤੇ ਗੋਲੀਆਂ ਚਲਾਈਆਂ, ਨਿਹੱਥਿਆਂ ਤੇ ਵਾਰ ਹੁੰਦਾ ਦੇਖਿਆ, ਤੇ ਸੰਤ ਜੰਗ ਸਿੰਘ ਜੀ ਚੋਲੇ ਦੇ ਬਟਨ ਪਾੜ ਕੇ, ਛਾਤੀ ਤਾਣ ਕੇ ਮੂਹਰੇ ਹੋ ਗਏ। ਕਹਿੰਦੇ ਉਹ ਇਹਨਾਂ ਗਰੀਬਾਂ ਤੇ ਬੱਚਿਆਂ ਤੇ ਕੀ ਜ਼ੁਲਮ ਕਰਦੇ ਹੋ, ਤੁਸੀਂ ਮੇਰੇ ਮਾਰੋ। ਫਿਰ ਉੱਥੇ ਪਾਰਲੀਮੈਂਟ ਮੂਹਰੇ ਸ਼ਹਾਦਤ ਦਾ ਜਾਮ ਪੀਤਾ ਬਾਬਾ ਜੰਗ ਸਿੰਘ ਜੀ ਨੇ। ਤੇ ਜਦੋਂ ਬਾਬਾ ਜੀ ਕੋਲੇ ਆਉਣਾ ਜਾਂ ਬੈਠਣਾ, ਤਰਲੋਚਨ ਜੀ ਬੈਠੇ ਆ, ਭੋਲਾ ਜੀ, ਸਰਸਾ ਜੀ, ਸਾਰੀ ਇਹ ਫੌਜ, ਬਾਬਾ ਗੇਜਾ ਜੀ, ਸਾਰੇ ਹੀ ਮਹਾਂਪੁਰਖ ਜਿਨ੍ਹਾਂ ਨੇ ਬਹੁਤ ਜ਼ਿਆਦਾ ਨੇੜਤਾ ਉਹਨਾਂ ਨਾਲ ਨਿਭਾਈ, ਸਾਰੀ ਜ਼ਿੰਦਗੀ ਲਾਈ ਉਹਨਾਂ ਦੇ ਨਾਲ। ਇਹਨਾਂ ਨੇ, ਇਹ ਸਾਰਿਆਂ ਦਾ ਮੈਂ ਨਾਂ ਨਹੀਂ ਲੈ ਸਕਦਾ, ਉਹ ਆਪ ਜੀ ਨੂੰ ਭੋਲਾ ਜੀ ਬਾਅਦ 'ਚ ਦੱਸਣਗੇ। ਪਰ ਉਹਨਾਂ ਦਾ ਜੀਵਨ ਜਿੰਨਾ ਵੀ ਤੱਕਿਆ, ਉਹ ਕਹਿੰਦੇ ਹੁੰਦੇ ਸੀ ਮੈਂ ਕਹਿਣ 'ਚ ਨਹੀਂ, ਕਰਨ 'ਚ ਵਿਸ਼ਵਾਸ ਰੱਖਦਾ। ਇਹ ਕਹਿੰਦੇ ਹੁੰਦੇ ਸੀ ਹਰ ਗੱਲ 'ਚ। ਕਹਿੰਦੇ ਇਹ ਤਾਂ ਕਈ ਵਾਰੀ ਇਦਾਂ ਹਾਸੇ ਭਾਣੇ ਵੀ ਚੁਟਕੀ ਮਾਰ ਕੇ ਇਦਾਂ ਪਿਆਰ ਵਿੱਚ ਕਹਿਣਾ, ਕਹਿੰਦਾ ਇਹ ਤਾਂ ਉਦਾਂ ਹੀ ਪਤਾ ਲੱਗੂ ਕੀ ਭਾਣੇ ਵਰਤਦੇ ਆ। ਤੇ ਐਸਾ ਜੀਵਨ ਸੀ ਬਾਬਾ ਜੀ ਦਾ। ਤੇ ਆ 3-4 ਦਿਨਾਂ ਤੋਂ ਪਹਿਲਾਂ ਰਾਗੀ ਸਿੰਘਾਂ ਦਾ ਜੱਥਾ ਗਿਆ ਕਰਨਾਲ, ਉਹਨਾਂ ਨੂੰ ਮਿਲੇ, ਲੰਗਰ ਪਾਣੀ ਛਕਾਇਆ, 5 ਲੱਖ ਦੀ ਮਾਈਕ ਸੇਵਾ ਵੀ ਕੀਤੀ ਕਿਸਾਨਾਂ ਦੇ ਸਟੇਜ ਦੇ ਉੱਪਰੋਂ। ਤੇ ਜਦੋਂ ਉੱਥੇ ਹੁਣ ਡੇਲੀ ਜਾ ਰਹੇ ਸੀ ਤੇ ਅੱਜ ਫਿਰ ਉਹ ਡੀਪਲੀ ਇਸ ਦੁੱਖ ਨੂੰ, ਉਹਨਾਂ ਨੇ ਪਤਾ ਕੀ, ਉਹਨਾਂ ਦਾ ਜੀਵਨ ਐਸਾ ਸੀ, ਮੇਰੇ ਨਾਲ ਹੱਡ ਬੀਤੀ ਆ ਵੀ ਉਹ ਦੇਖ ਲੈਂਦੇ ਸੀ, ਵੀ ਹਾਲਤ ਵੇਖ ਲੈਂਦੇ ਸੀ ਵੀ ਹੁਣ ਇਹ ਡੁੱਬ ਰਿਹਾ, ਇਹ ਰੁੜ ਰਿਹਾ, ਜਾਂ ਇਹ ਬਰਬਾਦ ਹੋ ਜਾਊਗਾ, ਜਾਂ ਇਹਦਾ ਕੋਈ ਸਹਾਰਾ ਨਹੀਂ ਰਿਹਾ, ਕੋਈ ਆਸਰਾ ਨਹੀਂ ਰਿਹਾ। ਸੰਤ ਉਹਦਾ ਆਸਰਾ ਬਣ ਜਾਂਦੇ ਸੀ, ਉਹਦਾ ਸਹਾਰਾ ਸੰਤ ਰਾਮ ਸਿੰਘ ਜੀ ਨੇ। ਇੱਕ ਮੇਰੇ ਵਰਗੇ ਨਹੀਂ, ਪਤਾ ਨਹੀਂ ਕਿੰਨਿਆਂ ਕੁ ਨੂੰ ਆ ਜਿੰਨੇ ਪਿਆਰ ਵਿੱਚ ਬੈਠੇ ਆ ਨਾ, ਉਹਨਾਂ ਨੇ ਸਭ ਨੂੰ ਕੋਈ ਨਾ ਕੋਈ ਸਮੱਤ ਦਿੱਤੀ ਹੈ, ਸੇਧ ਦਿੱਤੀ ਹੈ। ਬਾਬਾ ਧੰਨਾ ਸਿੰਘ ਜੀ ਬੈਠੇ ਆ, ਜਦੋਂ ਕੋਈ ਸਮਾਗਮ ਕਰਨਾ, ਜਦੋਂ ਕੋਈ ਗੁਰਮਤਾ ਕਰਨਾ, ਬਾਬਾ ਰਾਮ ਸਿੰਘ ਜੀ ਕੋਲੇ ਆਉਣਾ, ਤੇ ਉਹਨਾਂ ਨੇ ਬੜੀ ਵਧੀਆ ਗਾਈਡਨੈਂਸ ਦਿੱਤੀ। ਬੜਾ ਸਮਾਗਮ ਵੀ ਰੱਖਿਆ ਹੋਇਆ ਸੀ 18 ਨੂੰ, ਕੁਛ ਇਦਾਂ ਦੱਸੋ। ਹਾਂਜੀ, ਸਮਾਗਮ ਵੀ ਰੱਖਿਆ ਹੋਇਆ ਸੀ ਮਹਾਂਪੁਰਸ਼ਾਂ ਦੇ, ਤੇ ਆਪ ਜੀ ਨੂੰ ਭੋਲਾ ਜੀ, ਬਾਬਾ ਤਰਲੋਚਨ ਜੀ, ਜਿਨ੍ਹਾਂ ਨੇ ਉਹਨਾਂ ਦੀ ਬੜੀ ਸੇਵਾ ਹਰ ਵੇਲੇ ਕੀਤੀ। ਆਪਾਂ ਦੇਖ ਰਹੇ ਸੀ ਨਾ ਕਿਵੇਂ ਜਦੋਂ ਉੱਪਰ ਬਾਕਸ ਰੱਖ ਰਹੇ ਸੀਗੇ ਸ਼ੀਸ਼ੇ ਦਾ, ਤੇ ਇਹਨਾਂ ਦਾ ਬਰਾਗ ਥੰਮਿਆ ਨਹੀਂ ਸੀ ਜਾ ਰਿਹਾ।
ਇਹਨਾਂ ਨੇ ਸੇਵਾ ਕੀਤੀ ਹੈ। ਮਨਜੀਤ ਜੀ ਨਾਲ ਸੀ, ਅੱਜ ਸਾਰੇ ਗੁਰਮੁਖ ਪਿਆਰੇ ਗਗਨ ਜੀ ਤੇ ਆਪ ਜੀ ਸਾਰਿਆਂ ਨਾਲ ਗੱਲ ਕਰੋ। ਮਤਲਬ ਕਿ ਕਹਿਣ ਤੋਂ ਭਾਵ ਹੈ ਵੀ ਜੀਵਨ ਦੇਣ ਵਾਲੇ ਸਾਧੂ ਸਨ। ਉਹਨਾਂ ਵਰਗਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਔਖਾ ਹੈ, ਬਹੁਤ ਔਖਾ ਹੈ। ਬਾਬਾ ਤਰਲੋਚਨ ਜੀ, ਤੁਸੀਂ ਬਹੁਤ ਕਲੋਜ਼, ਬਹੁਤ ਨੇੜੇ ਰਹੇ ਹੋ ਬਾਬਾ ਜੀ ਦੇ, ਤਾਂ ਲੋਕ ਜਾਂ ਸੰਗਤ ਇਹ ਜਾਣਨਾ ਚਾਹੁੰਦੀ ਹੈ ਕਿ ਆਖਰੀ ਵਾਰ ਦੀਆਂ ਗੱਲਾਂ, ਸਮੇਂ ਦੀਆਂ ਗੱਲਾਂ ਕੋਈ ਤੁਸੀਂ ਦੱਸ ਸਕੋ ਜੇ ਬਾਬਾ ਜੀ ਕੀ ਕਹਿੰਦੇ ਸੀਗੇ ਕੁਝ, ਕਿਉਂਕਿ ਜਿਸ ਢੰਗ ਦੇ ਨਾਲ ਦੱਸਿਆ ਗਿਆ ਹੈ ਥੋੜਾ ਬਹੁਤਾ ਕੁਝ ਚਾਨਣ ਪਾ ਦਿਓ ਪਲੀਜ਼। ਵੈਸੇ ਤਾਂ ਸਾਡੇ ਸੰਤ ਅਮਰਜੀਤ ਸਿੰਘ ਭੋਲਾ ਜੀ ਨੇ ਬਾਬਾ ਜੀ ਦੇ ਜੀਵਨ ਬਾਰੇ ਦੱਸ ਹੀ ਦਿੱਤਾ ਹੈ, ਲੇਕਿਨ ਫਿਰ ਵੀ ਦਾਸ ਨੂੰ ਜੋ ਹੁਕਮ ਹੋਇਆ ਹੈ, ਕਿਉਂਕਿ ਦਾਸ ਨੇ ਉਹਨਾਂ ਦੇ ਕੋਲ ਤਕਰੀਬਨ ਸੰਨ 95 ਤੋਂ ਲੈ ਕੇ ਲਗਾਤਾਰ ਦਾਸ ਸੇਵਾ ਕਰਦਾ ਆ ਰਿਹਾ ਸੀ। ਦਾਸ ਨੇ ਜੋ ਉਹਨਾਂ ਦਾ ਜੀਵਨ ਦੇਖਿਆ ਹੈ, ਠੀਕ ਹੈ, ਸਾਰੇ ਸੰਸਾਰ ਦੇ, ਸਾਰੇ ਜਗਤ ਦੇ ਜਿੰਨੇ ਵੀ ਸਿੱਖ ਪੰਥ ਦੇ ਮਹਾਪੁਰਸ਼ ਹਨ, ਸਭ ਨੂੰ ਨਮਸਕਾਰ ਹੈ। ਸਭ ਦੀ ਆਪੋ ਆਪਣੀ ਕਮਾਈ ਹੈ, ਕਰਨੀ ਤੇ ਕਮਾਈ ਸਭ ਦੀ ਆਪੋ ਆਪਣੀ ਹੈ। ਲੇਕਿਨ ਦਾਸ ਨੇ ਜੋ ਉਹਨਾਂ ਕੋਲ ਰਹਿ ਕੇ ਉਹਨਾਂ ਦਾ ਸੁਭਾਅ, ਉਹਨਾਂ ਦੀ ਨਿਮਰਤਾ, ਮਿੱਠਾ ਸੁਭਾਅ, ਜੋ ਵੀ ਉਹਨਾਂ ਕੋਲ ਆਇਆ ਸਭ ਨੂੰ ਬੜੇ ਮਿੱਠੇ ਸੁਭਾਅ ਨਾਲ, ਪਿਆਰ ਨਾਲ, ਹਮੇਸ਼ਾ ਹੀ ਗੁਰਬਾਣੀ ਰਾਹੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਹਰ ਇੱਕ ਗੁਰਸਿੱਖ, ਹਰ ਇੱਕ ਪ੍ਰਾਣੀ ਨੂੰ ਹਮੇਸ਼ਾ ਹੀ ਇਹੀ ਉਪਦੇਸ਼ ਦਿੱਤਾ ਕਿ ਸਿੱਖ ਕੋਲ ਸਭ ਤੋਂ ਵੱਡੀ ਇੱਕੋ ਹੀ ਤਾਕਤ ਹੈ, ਇੱਕੋ ਹੀ ਸ਼ਕਤੀ ਹੈ। ਉਹ ਕਿਹੜੀ ਤਾਕਤ ਹੈ, ਉਹ ਕਿਹੜੀ ਸ਼ਕਤੀ ਹੈ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੁਰਬਾਣੀ ਅਤੇ ਗੁਰਸਿੱਖ ਕੋਲ ਅਰਦਾਸ ਸਭ ਤੋਂ ਵੱਡੀ ਤਾਕਤ ਹੈ। ਅੱਜ ਉਹਨਾਂ ਨੇ ਸਾਰੀ ਮਨੁੱਖਤਾ ਵਾਸਤੇ ਆਪਣੇ ਆਪ ਨੂੰ, ਆਪਣਾ ਸਰੀਰ ਬਲੀਦਾਨ ਕਰ ਦਿੱਤਾ। ਇਸ ਅਸਥਾਨ ਨੂੰ ਤੇ ਇਹ ਸਾਰੀਆਂ ਸੰਗਤਾਂ ਨੂੰ ਤਾਂ ਬਹੁਤ ਵੱਡਾ ਘਾਟਾ ਪਿਆ ਹੈ ਸਰੀਰ ਕਰਕੇ, ਲੇਕਿਨ ਉਹਨਾਂ ਨੇ ਪੂਰੀ ਮਨੁੱਖਤਾ ਵਾਸਤੇ ਆਪਣਾ ਆਪ ਬਲੀਦਾਨ ਕਰ ਦਿੱਤਾ। ਤਾਂ ਉਹਨਾਂ ਦੀ ਸ਼ਹਾਦਤ ਅਣਜਾਈ ਨਹੀਂ ਜਾਏਗੀ, ਇਹ ਜ਼ਰੂਰ ਰੰਗ ਲਿਆਏਗੀ। ਕਿਸਾਨਾਂ ਦਾ ਜੋ ਉੱਥੇ ਸੰਘਰਸ਼ ਚੱਲ ਰਿਹਾ ਉਸ ਵਿੱਚ ਜ਼ਰੂਰ ਕ੍ਰਾਂਤੀ ਆਏਗੀ। ਦਾਸ ਇਹਨਾਂ ਸ਼ਬਦਾਂ ਨਾਲ ਫਤਿਹ ਬੁਲਾਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਸਿੰਘ ਜਿਹੜੇ ਆਖਰੀ ਸਮੇਂ ਨਾਲ ਸੀਗੇ, ਜਿਹੜੇ ਲਾਸਟ ਦੇ ਵਿੱਚ ਕੁਝ? ਗੁਰਮੀਤ ਸਿੰਘ ਜੀ, ਮਨਜੀਤ ਸਿੰਘ, ਗੁਰਮੀਤ ਸਿੰਘ ਜਿਹੜੇ ਨਾਲ ਸਾਰੇ ਜਿਹੜੇ ਉਹ ਵੈਰਾਗ ਦੇ ਵਿੱਚ ਨੇ। ਤਾਂ ਇਸ ਵੇਲੇ ਸੰਗਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬਿਲਕੁਲ ਚੁੱਪ ਹੈ ਤੇ ਸਾਰੇ ਉਹਨਾਂ ਨੂੰ ਯਾਦ ਕਰ ਰਹੇ ਨੇ ਕਿ ਕਿਵੇਂ। ਪਰਸੋਂ ਦਾ ਪ੍ਰੋਗਰਾਮ ਜੀ ਦੱਸ ਦਿਓ ਬਾਬਾ ਜੀ, ਦੱਸ ਦਿਓ ਸਾਰਾ ਕੁਝ, ਕਿਉਂਕਿ ਲੋਕ ਜਾਣਨਾ ਚਾਹੁੰਦੇ ਨੇ। ਮਾਈਕ ਦੇ ਨਹੀਂ, ਫਿਰ ਰਿਕਾਰਡਿੰਗ ਨਹੀਂ ਹੋਣੀ। ਸੰਗਤ ਨੂੰ ਬਾਅਦ ਦੱਸ ਦੇਗਾ, ਆਹ ਰਿਕਾਰਡ ਕਰ ਦਿਓ। ਦੱਸ ਦਿਓ ਬਾਬਾ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਸੰਗਤਾਂ ਤੱਕ ਸੰਦੇਸ਼ ਪਹੁੰਚ ਹੀ ਗਿਆ ਹੈ। ਪਰਮ ਪੂਜਯ ਸਤਿਕਾਰਯੋਗ ਧੰਨ ਧੰਨ ਸੰਤ ਬਾਬਾ ਰਾਮ ਸਿੰਘ ਜੀ ਨਾਨਕਸਰ ਸਿੰਗੜੇ ਵਾਲੇ, ਜਿਨ੍ਹਾਂ ਦਾ ਪੂਰੇ ਸਿੱਖ ਜਗਤ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਇੱਕ ਆਪਣਾ ਨਾਮ ਸੀ। ਕਿਸਾਨ ਮੋਰਚੇ ਦੇ ਅੰਦਰ ਉਹਨਾਂ ਦਾ ਦੁੱਖ, ਉਹਨਾਂ ਦਾ ਦਰਦ ਨਾ ਬਰਦਾਸ਼ਤ ਕਰਦੇ ਹੋਏ ਜਿਨ੍ਹਾਂ ਨੇ ਸ਼ਹਾਦਤ ਪ੍ਰਾਪਤ ਕਰ ਲਈ ਹੈ, ਉਹਨਾਂ ਦਾ ਜੋ ਦਾਹ ਸੰਸਕਾਰ ਹੈ ਉਹ 18 ਤਰੀਕ ਨੂੰ, 18 ਦਸੰਬਰ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ ਸਮਾਗਮ ਹੋਵੇਗਾ। ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਸਭ ਸੰਗਤਾਂ ਦਰਸ਼ਨ ਦੇਣ ਦੀ ਕਿਰਪਾਲਤਾ ਕਰਨਾ। ਨਾਨਕਸਰ ਸਿੰਗੜਾ ਕਰਨਾਲ ਵਿਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਕੱਲ ਉਹਨਾਂ ਦੀ ਜਿਹੜੀ ਦੇਹ ਆ ਉਹ ਅੰਤਿਮ ਦਰਸ਼ਨਾਂ ਦੇ ਲਈ ਰੱਖੀ ਜਾਊਗੀ। ਸੰਗਤਾਂ ਜਿਹੜੀਆਂ ਉਹ ਆ ਸਕਦੀਆਂ ਨੇ ਦਰਸ਼ਨ